प्यारे दोस्तों, जेकर असी अपने जीवन ਨੂੰ सही राह ਤੇ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਸਦਾ ਪਰਮੇਸ਼ਵਰ ਦੀ ਅਗਵਾਈ ਦੇ ਵਿੱਚ ਚੱਲਣਾ ਹੋਵੇਗਾ। ਪਰ ਪ੍ਰਸ਼ਨ ਇਹ ਉੱਠਦਾ ਹੈ ਕਿ ਕਿਵੇਂ ਅਸੀਂ ਉਸ ਦੀ ਅਗਵਾਈ ਦੇ ਵਿੱਚ ਚੱਲ ਸਕਦੇ ਹਾਂ। ਜੇਕਰ ਅਸੀਂ ਬਾਈਬਲ ਨੂੰ ਪੜ੍ਹੀਏ ਤਾਂ ਬਾਈਬਲ ਦੇ ਵਿੱਚ ਅਲੱਗ-ਅਲੱਗ ਸਮਿਆਂ ਦੇ ਵਿੱਚ ਪਰਮੇਸ਼ਵਰ ਨੇ ਆਪਣੇ ਦਾਸਾਂ ਦੀ ਅਲੱਗ-ਅਲੱਗ ਢੰਗਾਂ ਦੇ ਵਿੱਚ ਅਗਵਾਈ ਕੀਤੀ ਸੀ। ਜੇਕਰ ਅਸੀਂ ਉਹਨਾਂ ਢੰਗਾਂ ਦੇ ਉੱਪਰ ਨਜ਼ਰ ਮਾਰੀਏ ਤਾਂ ਅਸੀਂ ਵੀ ਇਹ ਸਿੱਖ ਸਕਦੇ ਹਾਂ ਕਿ ਕਿਹੜੇ-ਕਿਹੜੇ ਢੰਗਾਂ ਵਿੱਚ ਪਰਮੇਸ਼ਵਰ ਸਾਡੀ ਅਗਵਾਈ ਕਰ ਸਕਦਾ ਹੈ। ਯਕੀਨਨ ਪਰਮੇਸ਼ਵਰ ਇਹਨਾਂ ਵਿੱਚੋਂ ਕਿਸੇ ਨਾ ਕਿਸੇ ਇੱਕ ਢੰਗ ਦੇ ਨਾਲ ਸਾਡੀ ਅਗਵਾਈ ਕਰੇਗਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ 6 ਢੰਗਾਂ ਦੇ ਉੱਪਰ ਗੌਰ ਕਰਾਂਗੇ ਜਿਨ੍ਹਾਂ ਦੇ ਰਾਹੀਂ ਪਰਮੇਸ਼ਵਰ ਸਾਡੀ ਅਗਵਾਈ ਕਰ ਸਕਦਾ ਹੈ। ਪਹਿਲਾ ਢੰਗ, ਆਪਣੇ ਵਚਨ ਦੇ ਦੁਆਰਾ। ਦੋਸਤੋ, ਜਦੋਂ ਪਰਮੇਸ਼ਵਰ ਦੁਆਰਾ ਸਾਡੀ ਅਗਵਾਈ ਕਰਨ ਦੀ ਗੱਲ ਆਉਂਦੀ ਹੈ ਤਾਂ ਉਸ ਦਾ ਲਿਖਤੀ ਵਚਨ ਸਭ ਤੋਂ ਪਹਿਲਾਂ ਆਉਂਦਾ ਹੈ। 119 ਜ਼ਬੂਰ ਉਸ ਦੀ 105 ਆਇਤ ਦੇ ਵਿੱਚ ਭਜਨਕਾਰ ਇਸ ਤਰ੍ਹਾਂ ਆਖਦਾ ਹੈ, ਤੇਰਾ ਵਚਨ ਮੇਰੇ ਪੈਰਾਂ ਲਈ ਦੀਪਕ ਅਤੇ ਮੇਰੇ ਰਾਹ ਦਾ ਚਾਨਣ ਹੈ। ਦੋਸਤੋ, ਹਨੇਰੇ ਦੇ ਵਿੱਚ ਜਦੋਂ ਸਾਨੂੰ ਅੱਗੇ ਕੁਝ ਨਹੀਂ ਦਿਖਦਾ ਹੈ ਤਾਂ ਅਸੀਂ ਦੀਵੇ ਦਾ, ਲੈਂਪ ਦਾ ਜਾਂ ਟਾਰਚ ਦਾ ਇਸਤੇਮਾਲ ਕਰਦੇ ਹਾਂ ਤਾਂ ਕਿ ਅਸੀਂ ਆਪਣੇ ਅੱਗੇ ਦੇ ਰਾਹ ਨੂੰ ਵੇਖ ਸਕੀਏ। ਇਸੇ ਤਰ੍ਹਾਂ ਹੀ ਸਾਨੂੰ ਇਸ ਸੰਸਾਰ ਦੇ ਵਿੱਚ ਲੋੜ ਹੈ ਕਿ ਉਸ ਦਾ ਵਚਨ ਸਾਡੇ ਰਾਹ ਨੂੰ ਪ੍ਰਕਾਸ਼ਮਾਨ ਕਰੇ ਤਾਂ ਕਿ ਅਸੀਂ ਹਮੇਸ਼ਾ ਸਹੀ ਰਾਹ ਤੇ ਚੱਲਦੇ ਰਹਿ ਸਕੀਏ। ਰੋਜ਼ ਪਰਮੇਸ਼ਵਰ ਦੇ ਵਚਨ ਨੂੰ ਪੜ੍ਹਨਾ ਅਤੇ ਇਸ ਉੱਤੇ ਮਨਨ ਕਰਨਾ ਅਤੇ ਇਸ ਦੇ ਅਨੁਸਾਰ ਆਪਣੇ ਜੀਵਨ ਨੂੰ ਚਲਾਉਣਾ ਸਾਨੂੰ ਪਰਮੇਸ਼ਵਰ ਦੇ ਰਾਹ ਤੇ ਬਣਾਈ ਰੱਖਦਾ ਹੈ। ਜੇਕਰ ਅਸੀਂ ਦੂਸਰਾ ਇਤਿਹਾਸ ਉਸ ਦਾ 34 ਅਧਿਆਇ ਪੜ੍ਹੀਏ ਤਾਂ ਅਸੀਂ ਯਹੂਦਾ ਦੇ ਰਾਜਾ ਯੋਸੀਆ ਦੀ ਕਹਾਣੀ ਨੂੰ ਪੜ੍ਹਦੇ ਹਾਂ। ਦੋਸਤੋ, ਜਦੋਂ ਉਸ ਦਾ ਰਾਜ ਆਇਆ ਤਾਂ ਲੋਕ ਬਹੁਤ ਸਾਰੇ ਆਪਣੇ ਰਾਹਾਂ ਤੇ ਚੱਲ ਪਏ ਸਨ। ਇਸ ਸਮੇਂ ਪਰਮੇਸ਼ਵਰ ਦੀ ਹੈਕਲ ਵੀ ਟੁੱਟੀ ਹੋਈ ਸੀ ਅਤੇ ਇਸ ਦੇ ਵਿੱਚ ਆਰਾਧਨਾ ਚਾਲੂ ਨਹੀਂ ਸੀ। ਯੋਸੀਆ ਰਾਜਾ ਨੇ ਹੈਕਲ ਦੀ ਮੁਰੰਮਤ ਕਰਨ ਦਾ ਆਦੇਸ਼ ਦਿੱਤਾ ਅਤੇ ਜਦੋਂ ਮੁਰੰਮਤ ਚੱਲ ਰਹੀ ਸੀ ਤਾਂ ਇੱਥੇ ਉਸ ਨੂੰ ਬਵਿਸਤਾ ਦੀ ਪੋਥੀ ਲੱਭੀ। ਇਹ ਜਾਣਨਾ ਸਾਡੇ ਲਈ ਮਹੱਤਵਪੂਰਨ ਹੈ ਕਿ ਉਸ ਸਮੇਂ ਲਿਖਤੀ ਵਚਨ ਸਾਰਿਆਂ ਦੇ ਲਈ ਉਪਲਬਧ ਨਹੀਂ ਹੁੰਦਾ ਸੀ, ਇੱਥੋਂ ਤੱਕ ਕਿ ਰਾਜੇ ਦੇ ਕੋਲ ਵੀ ਨਹੀਂ ਸੀ। ਔਰ ਜਦੋਂ ਲਿਖਾਰੀ ਨੇ ਪੋਥੀ ਰਾਜੇ ਨੂੰ ਫੜਾਈ ਤਾਂ ਪਾਤਸ਼ਾਹ ਨੇ ਜਦੋਂ ਇਸ ਬਵਿਸਤਾ ਦੀਆਂ ਗੱਲਾਂ ਨੂੰ ਸੁਣਿਆ, ਇਸ ਪੋਥੀ ਵਿੱਚ ਲਿਖੀਆਂ ਹੋਈਆਂ ਗੱਲਾਂ ਨੂੰ ਸੁਣਿਆ ਤਾਂ ਉਸਨੇ ਆਪਣੇ ਲੀੜੇ ਪਾੜੇ। ਰਾਜੇ ਨੇ ਇਹ ਪਛਾਣ ਲਿਆ ਸੀ ਕਿ ਉਸਨੇ ਅਤੇ ਉਸਦੇ ਪਿਓ ਦਾਦਿਆਂ ਨੇ ਇਸ ਪੋਥੀ ਦੇ ਵਿਚਕਾਰ ਲਿਖੀਆਂ ਹੋਈਆਂ ਗੱਲਾਂ ਦੇ ਅਨੁਸਾਰ ਜੀਵਨ ਨਹੀਂ ਬਿਤਾਇਆ ਸੀ ਅਤੇ ਨਾ ਹੀ ਇਹਨਾਂ ਦੀ ਪਾਲਣਾ ਕੀਤੀ ਸੀ। 21 ਆਇਤ ਦੇ ਵਿੱਚ ਅਸੀਂ ਇਸ ਨੂੰ ਪੜ੍ਹ ਸਕਦੇ ਹਾਂ, ਕਿਉਂ ਜੋ ਯਹੋਵਾ ਦਾ ਵੱਡਾ ਕ੍ਰੋਧ ਸਾਡੇ ਉੱਤੇ ਡੋਲਿਆ ਗਿਆ ਹੈ, ਇਸ ਲਈ ਭਈ ਸਾਡੇ ਪਿਓ ਦਾਦਿਆਂ ਨੇ ਯਹੋਵਾ ਦੇ ਵਚਨਾਂ ਦੀ ਪਾਲਣਾ ਨਹੀਂ ਕੀਤੀ ਕਿ ਸਭ ਕੁਝ ਜੋ ਇਸ ਪੋਥੀ ਵਿੱਚ ਲਿਖਿਆ ਹੈ ਉਸ ਦੇ ਅਨੁਸਾਰ ਕਰਨ। ਰਾਜੇ ਨੇ ਆਪਣੇ ਸਾਰੇ ਲੋਕਾਂ ਨੂੰ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਗੱਲਾਂ ਨੂੰ ਸੁਣਨ ਦੇ ਲਈ ਸੱਦਾ ਭੇਜਿਆ। ਆਇਤ 30 ਦੱਸਦੀ ਹੈ ਕਿ ਫਿਰ ਪਾਤਸ਼ਾਹ ਅਤੇ ਯਹੂਦਾ ਦੇ ਸਾਰੇ ਮਨੁੱਖ ਅਤੇ ਯਰੂਸ਼ਲਮ ਦੇ ਵਾਸੀ ਅਤੇ ਯਾਜਕ ਅਰਲੇਵੀ ਸਾਰੇ ਛੋਟੇ ਵੱਡੇ ਲੋਕ ਯਹੋਵਾ ਦੇ ਭਵਨ ਨੂੰ ਉਤਾਹਾਂ ਗਏ ਤਾਂ ਉਹਨੇ ਨੇਮ ਦੀ ਪੋਥੀ ਜਿਹੜੀ ਯਹੋਵਾ ਦੇ ਭਵਨ ਵਿੱਚੋਂ ਲੱਭੀ ਸੀ ਉਸ ਦੀਆਂ ਸਾਰੀਆਂ ਗੱਲਾਂ ਪੜ੍ਹ ਕੇ ਲੋਕਾਂ ਦੇ ਕੰਨੀ ਪਾਈਆਂ। ਜਦੋਂ ਸਭਨਾਂ ਨੇ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਇਹਨਾਂ ਗੱਲਾਂ ਨੂੰ ਸੁਣਿਆ ਤਾਂ 31 ਆਇਤ ਦੱਸਦੀ ਹੈ ਕਿ ਪਾਤਸ਼ਾਹ ਆਪਣੇ ਥਾਂ ਉੱਤੇ ਜਾ ਖਲੋਤਾ ਅਤੇ ਯਹੋਵਾ ਦੇ ਅੱਗੇ ਨੇਮ ਬੰਨਿਆ ਭਈ ਅਸੀਂ ਯਹੋਵਾ ਦੇ ਪਿੱਛੇ ਤੁਰਾਂਗੇ ਅਤੇ ਉਸ ਦੇ ਹੁਕਮਨਾਮੇ, ਉਸ ਦੀਆਂ ਸਾਖੀਆਂ ਔਰ ਉਸ ਦੀਆਂ ਵਿਧੀਆਂ ਦੀ ਆਪਣੇ ਸਾਰੇ ਦਿਲ ਅਤੇ ਆਪਣੀ ਸਾਰੀ ਜਾਨ ਨਾਲ ਪਾਲਣਾ ਕਰਾਂਗੇ ਅਤੇ ਉਸ ਨੇਮ ਦੀਆਂ ਗੱਲਾਂ ਨੂੰ ਜੋ ਉਸ ਪੋਥੀ ਵਿੱਚ ਲਿਖੀਆਂ ਹੋਈਆਂ ਸਨ ਪੂਰਾ ਕਰਾਂਗੇ। ਦੋਸਤੋ, ਪਰਮੇਸ਼ਵਰ ਦਾ ਵਚਨ ਯੋਸੀਆ ਨੂੰ ਸਹੀ ਰਾਹ ਤੇ ਮੋੜ ਲਿਆ। ਯੋਸੀਆ ਇਤਿਹਾਸ ਵਿੱਚ ਇੱਕ ਚੰਗੇ ਰਾਜੇ ਵਜੋਂ ਦਰਜ ਕੀਤਾ ਗਿਆ ਸੀ। ਪਿਆਰਿਓ, ਜਦੋਂ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਪੜ੍ਹਦੇ ਹਾਂ ਤਾਂ ਇਹ ਸਾਡੇ ਭੈੜੇ ਰਾਹਾਂ ਨੂੰ ਅਤੇ ਸਾਡੀਆਂ ਬੁਰਾਈਆਂ ਨੂੰ ਸਾਡੇ ਉੱਤੇ ਪ੍ਰਗਟ ਕਰਦਾ ਹੈ ਅਤੇ ਇਹ ਸਾਡੇ ਜੀਵਨਾਂ ਨੂੰ ਸੁਧਾਰਨ ਅਤੇ ਸਹੀ ਰਾਹ ਉੱਤੇ ਸਾਨੂੰ ਆਉਣ ਦਾ ਕਾਰਨ ਦਿੰਦਾ ਹੈ। ਅੱਜ ਸਾਡੇ ਸਭਨਾਂ ਕੋਲ ਉਸ ਦਾ ਲਿਖਤੀ ਵਚਨ ਉਪਲਬਧ ਹੈ ਅਤੇ ਸਾਨੂੰ ਵਚਨ ਤੋਂ ਕਦੇ ਵੀ ਦੂਰੀ ਨਹੀਂ ਬਣਾਉਣੀ ਚਾਹੀਦੀ ਹੈ। ਆਓ ਅਸੀਂ ਵਚਨ ਨੂੰ ਹਰ ਰੋਜ਼ ਪੜ੍ਹੀਏ ਅਤੇ ਪਰਮੇਸ਼ਵਰ ਨੂੰ ਸਾਡੇ ਜੀਵਨ ਵਿੱਚ ਅਗਵਾਈ ਕਰਨ ਦਾ ਮੌਕਾ ਦਈਏ। ਉਸ ਦਾ ਵਚਨ ਤੁਹਾਨੂੰ ਸਹੀ ਰਾਹ ਤੇ ਮੋੜ ਲਿਆਵੇਗਾ। ਨੰਬਰ 2, ਦੂਸਰਾ ਢੰਗ ਜਿਸ ਦੇ ਰਾਹੀਂ ਪਰਮੇਸ਼ਵਰ ਸਾਡੀ ਅਗਵਾਈ ਕਰਦਾ ਹੈ। ਪਰਮੇਸ਼ਵਰ ਆਪਣੇ ਸੇਵਕਾਂ ਦੇ ਦੁਆਰਾ ਸਾਡੀ ਅਗਵਾਈ ਕਰਦਾ ਹੈ। ਬਾਈਬਲ ਵਿੱਚ ਬਹੁਤ ਸਾਰੇ ਲੋਕਾਂ ਦੀ ਅਗਵਾਈ ਪਰਮੇਸ਼ਵਰ ਨੇ ਆਪਣੇ ਸੇਵਕਾਂ ਦੇ ਰਾਹੀਂ ਕੀਤੀ ਸੀ। ਜੇਕਰ ਅਸੀਂ ਇਕੱਲੀ ਪਹਿਲਾ ਸੈਮੂਅਲ ਦੀ ਕਿਤਾਬ ਹੀ ਪੜ੍ਹੀਏ ਤਾਂ ਸਾਨੂੰ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਮਿਲਦੀਆਂ ਹਨ ਜਿਸ ਵਿੱਚ ਪਰਮੇਸ਼ਵਰ ਦੇ ਸੇਵਕ ਨੇ ਇਸਰਾਈਲੀਆਂ ਦੀ ਉਹਨਾਂ ਦੇ ਜੀਵਨ ਦੇ ਰਾਹ ਵਿੱਚ ਅਗਵਾਈ ਕੀਤੀ। ਜਦੋਂ ਸੈਮੂਅਲ ਬਾਲਕ ਸੀ ਤਾਂ ਪਰਮੇਸ਼ਵਰ ਨੇ ਏਲੀ ਨੂੰ ਉਸ ਨੂੰ ਇਹ ਦੱਸਣ ਲਈ ਇਸਤੇਮਾਲ ਕੀਤਾ ਕਿ ਪਰਮੇਸ਼ਵਰ ਉਸ ਨੂੰ ਆਵਾਜ਼ ਦੇ ਰਿਹਾ ਸੀ। ਜੇਕਰ ਅਸੀਂ ਪਹਿਲਾ ਸੈਮੂਅਲ ਉਸ ਦਾ 3 ਅਧਿਆਇ ਪੜ੍ਹੀਏ ਤਾਂ ਅਸੀਂ ਵੇਖਾਂਗੇ ਕਿ ਪਰਮੇਸ਼ਵਰ ਸੈਮੂਅਲ ਨੂੰ ਆਵਾਜ਼ ਮਾਰ ਰਿਹਾ ਸੀ ਪਰ ਸੈਮੂਅਲ ਉਸ ਨੂੰ ਸਮਝ ਨਹੀਂ ਪਾ ਰਿਹਾ ਸੀ। ਸੈਮੂਅਲ ਵਾਰ-ਵਾਰ ਏਲੀ ਦੇ ਕੋਲ ਜਾ ਰਿਹਾ ਸੀ ਤਾਂ 9 ਆਇਤ ਦੇ ਵਿੱਚ ਲਿਖਿਆ ਹੈ ਕਿ ਤਦ ਏਲੀ ਨੇ ਸੈਮੂਅਲ ਨੂੰ ਆਖਿਆ, ਜਾ ਲੰਮਾ ਪੈ ਰਹਿ ਅਤੇ ਅਜਿਹਾ ਹੋਵੇਗਾ ਭਈ ਜਾਂ ਉਹ ਤੈਨੂੰ ਸੱਦੇ ਤਾਂ ਤੂੰ ਆਖੀਂ, ਹੇ ਯਹੋਵਾ ਫਰਮਾ, ਤੇਰਾ ਦਾਸ ਸੁਣਦਾ ਹੈ। ਸੋ ਸੈਮੂਅਲ ਆਪਣੀ ਥਾਂ ਜਾ ਲੰਮਾ ਪਿਆ। ਏਲੀ ਪਰਮੇਸ਼ਵਰ ਦੇ ਦੁਆਰਾ ਸੈਮੂਅਲ ਦੀ ਅਗਵਾਈ ਕਰਨ ਲਈ ਇਸਤੇਮਾਲ ਕੀਤਾ ਗਿਆ ਸੀ। ਇਸੇ ਕਿਤਾਬ ਵਿੱਚ ਅਧਿਆਇ 9 ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸ਼ਾਊਲ ਨੂੰ ਬਿਲਕੁਲ ਵੀ ਨਹੀਂ ਪਤਾ ਸੀ ਕਿ ਉਹ ਇਸਰਾਇਲ ਦਾ ਰਾਜਾ ਬਣੇਗਾ।
ਪਰਮੇਸ਼ਵਰ ਨੇ ਆਪਣੇ ਦਾਸ ਸੈਮੂਅਲ ਰਾਹੀਂ ਉਸ ਨੂੰ ਦੱਸਿਆ ਕਿ ਉਹ ਪਰਮੇਸ਼ਵਰ ਦੇ ਦੁਆਰਾ ਇਸਰਾਇਲ ਦਾ ਰਾਜਾ ਹੋਣ ਦੇ ਲਈ ਚੁਣਿਆ ਗਿਆ ਹੈ। ਤੁਸੀਂ ਇਸ ਨੂੰ 9 ਅਧਿਆਇ ਉਸ ਦੀ 15 ਆਇਤ ਦੇ ਵਿੱਚ ਪੜ੍ਹ ਸਕਦੇ ਹੋ। ਇੱਕ ਵਾਰੀ ਫੇਰ ਅਸੀਂ 16 ਅਧਿਆਇ ਦੇ ਵਿੱਚ ਵੇਖਦੇ ਹਾਂ ਕਿ ਨਾ ਤਾਂ ਦਾਊਦ ਨੂੰ ਅਤੇ ਨਾ ਹੀ ਉਸ ਦੇ ਪਰਿਵਾਰ ਵਿੱਚੋਂ ਕਿਸੇ ਨੂੰ ਪਤਾ ਸੀ ਕਿ ਦਾਊਦ ਇਸਰਾਇਲ ਦਾ ਰਾਜਾ ਹੋਵੇਗਾ। ਪਰਮੇਸ਼ਵਰ ਨੇ ਸੈਮੂਅਲ ਨਬੀ ਨੂੰ ਇਸਤੇਮਾਲ ਕੀਤਾ ਤਾਂ ਕਿ ਉਹ ਦਾਊਦ ਦੇ ਪਰਿਵਾਰ ਨੂੰ ਦੱਸੇ ਕਿ ਪਰਮੇਸ਼ਵਰ ਨੇ ਉਸ ਨੂੰ ਇਸਰਾਇਲ ਦਾ ਅਗਲਾ ਰਾਜਾ ਹੋਣ ਦੇ ਲਈ ਚੁਣਿਆ ਹੈ। 16 ਅਧਿਆਇ ਉਸ ਦੀ 6 ਤੋਂ ਲੈ ਕੇ 12 ਆਇਤ ਤੱਕ ਅਸੀਂ ਇਸ ਨੂੰ ਪੜ੍ਹ ਸਕਦੇ ਹਾਂ। ਦੋਸਤੋ, ਅਜਿਹੀਆਂ ਪੁਰਾਣੇ ਨੇਮ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਹਨ ਜਿੱਥੇ ਪਰਮੇਸ਼ਵਰ ਨੇ ਆਪਣੇ ਨਬੀਆਂ ਨੂੰ ਰਾਜਿਆਂ ਅਤੇ ਹੋਰਨਾਂ ਕਈ ਲੋਕਾਂ ਦੇ ਜੀਵਨ ਦੀ ਅਗਵਾਈ ਕਰਨ ਲਈ ਇਸਤੇਮਾਲ ਕੀਤਾ ਸੀ। ਜੇਕਰ ਅਸੀਂ ਨਵੇਂ ਨੇਮ ਵਿੱਚ ਵੇਖੀਏ ਤਾਂ ਪੌਲਸ ਨੇ ਤਿਮੋਥੀਅਸ ਵਿੱਚ ਸੇਵਕਾਈ ਦੀ ਦਾਤ ਪਛਾਣੀ ਅਤੇ ਉਸ ਨੂੰ ਆਪਣੀ ਮਿਸ਼ਨਰੀ ਯਾਤਰਾ ਵਿੱਚ ਨਾਲ ਰੱਖ ਲਿਆ ਸੀ। ਰਸੂਲਾਂ ਦੇ ਕਰਤੱਵ 16 ਅਧਿਆਇ ਉਸ ਦੀ 1 ਆਇਤ ਤੋਂ ਅਸੀਂ ਇਸ ਦੇ ਬਾਰੇ ਪੜ੍ਹਦੇ ਹਾਂ। ਦੋਸਤੋ, ਅੱਜ ਵੀ ਪਰਮੇਸ਼ਵਰ ਆਪਣੇ ਸੇਵਕਾਂ ਦੇ ਰਾਹੀਂ ਆਪਣੇ ਲੋਕਾਂ ਦੀ ਅਗਵਾਈ ਕਰਦਾ ਹੈ, ਪਰ ਬਾਈਬਲ ਦੇ ਵਿੱਚ ਸਾਨੂੰ ਪਰਮੇਸ਼ਵਰ ਦੇ ਸੇਵਕਾਂ ਨੂੰ ਪਛਾਣਨ ਲਈ ਵੀ ਆਖਿਆ ਗਿਆ ਹੈ। ਜੇਕਰ ਅਸੀਂ ਪਹਿਲਾ ਯਹੋਨਾ ਉਸ ਦਾ 4 ਅਧਿਆਇ ਉਸ ਦੀ 1 ਆਇਤ ਨੂੰ ਪੜ੍ਹੀਏ ਤਾਂ ਲਿਖਿਆ ਹੈ, ਹੇ ਪਿਆਰਿਓ, ਹਰੇਕ ਆਤਮਾ ਦੀ ਪ੍ਰਤੀਤ ਨਾ ਕਰ ਲਓ, ਸਗੋਂ ਆਤਮਿਆਂ ਨੂੰ ਪਰਖੋ ਭਈ ਉਹ ਪਰਮੇਸ਼ਵਰ ਤੋਂ ਹਨ ਕਿ ਨਹੀਂ, ਕਿਉਂ ਜੋ ਬਾਹਲੇ ਝੂਠੇ ਨਬੀ ਸੰਸਾਰ ਦੇ ਵਿੱਚ ਨਿਕਲ ਆਏ ਹਨ। ਅੱਜ ਦੇ ਸਮੇਂ ਵਿੱਚ ਪਰਮੇਸ਼ਵਰ ਦੇ ਸੇਵਕਾਂ ਨੂੰ ਪਛਾਣਨਾ ਤਾਂ ਹੋਰ ਵੀ ਬਹੁਤ ਮਹੱਤਵਪੂਰਨ ਹੈ, ਕਿਉਂਕਿ ਮੱਤੀ ਦੀ ਅੰਜੀਲ 7 ਅਧਿਆਇ ਉਸ ਦੀ 1 ਆਇਤ ਆਖਦੀ ਹੈ ਕਿ ਕਈ ਵਾਰੀ ਬਹੁਤ ਸਾਰੇ ਲੋਕ ਜਿਹੜੇ ਪ੍ਰਭੂ ਪ੍ਰਭੂ ਆਖਦੇ ਹਨ ਉਹ ਹੋ ਸਕਦਾ ਹੈ ਉਸ ਦੇ ਚੇਲੇ ਵੀ ਨਾ ਹੋਣ। ਅੱਜ ਸਾਡੇ ਕੋਲ ਪਰਮੇਸ਼ਵਰ ਦਾ ਲਿਖਤੀ ਵਚਨ ਮੌਜੂਦ ਹੈ ਅਤੇ ਸਾਡੇ ਲਈ ਸਭ ਤੋਂ ਸੌਖਾ ਢੰਗ ਪਰਖਣ ਦਾ ਇਹ ਹੈ ਕਿ ਪਰਮੇਸ਼ਵਰ ਦੁਆਰਾ ਆਪਣੇ ਸੇਵਕ ਰਾਹੀਂ ਕੀਤੀ ਅਗਵਾਈ ਕਦੇ ਵੀ ਉਸ ਦੇ ਲਿਖਤੀ ਵਚਨ ਦੇ ਉਲਟ ਨਹੀਂ ਹੁੰਦੀ ਅਤੇ ਨਾ ਹੀ ਇਹ ਸਾਡੇ ਮਨ ਵਿੱਚ ਕਿਸੇ ਵੀ ਤਰ੍ਹਾਂ ਦੀ ਬੇਚੈਨੀ ਅਤੇ ਸ਼ੱਕ ਨੂੰ ਪੈਦਾ ਕਰਦੀ ਹੈ। ਤੀਸਰਾ ਢੰਗ ਜਿਸ ਦੇ ਰਾਹੀਂ ਪਰਮੇਸ਼ਵਰ ਸਾਡੀ ਅਗਵਾਈ ਕਰ ਸਕਦਾ ਹੈ, ਪਰਮੇਸ਼ਵਰ ਸੁਪਨੇ ਦੇ ਦੁਆਰਾ ਸਾਡੀ ਅਗਵਾਈ ਕਰ ਸਕਦਾ ਹੈ। ਸੁਪਨੇ ਦੇ ਰਾਹੀਂ ਅਗਵਾਈ ਦੀਆਂ ਯੂਸਫ ਅਤੇ ਦਾਨੀਅਲ ਦੋਹੇ ਹੀ ਸਭ ਤੋਂ ਉੱਤਮ ਉਦਾਹਰਨਾਂ ਹਨ। ਯੂਸਫ 17 ਸਾਲਾਂ ਦਾ ਸੀ ਜਦੋਂ ਉਸਨੇ ਸੁਪਨਾ ਵੇਖਿਆ ਕਿ ਉਸਦੇ ਭਰਾ ਉਸ ਨੂੰ ਮੱਥਾ ਟੇਕ ਰਹੇ ਹਨ। ਉਤਪਤ 37 ਅਧਿਆਇ ਉਸ ਦੀ 5 ਤੋਂ ਲੈ ਕੇ 10 ਆਇਤ ਤੱਕ ਅਸੀਂ ਇਸ ਸੁਪਨੇ ਦੇ ਬਾਰੇ ਪੜ੍ਹ ਸਕਦੇ ਹਾਂ। ਉਸ ਨੂੰ ਇਸ ਅਹੁਦੇ ਤੱਕ ਪਹੁੰਚਣ ਲਈ ਲਗਭਗ 13 ਸਾਲ ਲੱਗੇ ਸਨ। ਯੂਸਫ 30 ਸਾਲਾਂ ਦਾ ਸੀ ਜਦੋਂ ਮਿਸਰ ਦਾ ਦੂਜੇ ਦਰਜੇ ਦਾ ਹਾਕਮ ਬਣਿਆ ਸੀ। ਹੋਰ ਵੀ ਕਈ ਮੌਕਿਆਂ ਉੱਤੇ ਪਰਮੇਸ਼ਵਰ ਨੇ ਸੁਪਨਿਆਂ ਰਾਹੀਂ ਯੂਸਫ ਦੀ ਅਗਵਾਈ ਕੀਤੀ ਸੀ। ਦੋਸਤੋ, ਇਹ ਅੱਜ ਵੀ ਸੰਭਵ ਹੈ ਕਿ ਪਰਮੇਸ਼ਵਰ ਸੁਪਨੇ ਦੇ ਰਾਹੀਂ ਸਾਡੀ ਅਗਵਾਈ ਕਰ ਸਕਦਾ ਹੈ। ਸਾਡੇ ਲਈ ਤਾਂ ਇਸ ਦਾ ਵਾਅਦਾ ਸਦੀਆਂ ਪਹਿਲੇ ਯੋਇਲ ਨਬੀ ਨੇ ਆਪਣੀ ਕਿਤਾਬ ਦੇ ਵਿੱਚ ਕੀਤਾ ਸੀ। ਯੋਇਲ ਨਬੀ ਦੀ ਕਿਤਾਬ 2 ਅਧਿਆਇ ਉਸ ਦੀ 28 ਆਇਤ ਲਿਖਿਆ ਹੈ, ਇਹ ਦੇ ਮਗਰੋਂ ਐਉਂ ਹੋਵੇਗਾ ਕਿ ਮੈਂ ਆਪਣਾ ਆਤਮਾ ਸਾਰੇ ਸਰੀਰਾਂ ਉੱਤੇ ਵਹਾਵਾਂਗਾ ਅਤੇ ਤੁਹਾਡੇ ਪੁੱਤਰ ਅਰ ਤੁਹਾਡੀਆਂ ਧੀਆਂ ਅਗੰਮ ਵਾਕ ਕਰਨਗੀਆਂ, ਤੁਹਾਡੇ ਬੁੱਢੇ ਸੁਪਨੇ ਵੇਖਣਗੇ, ਤੁਹਾਡੇ ਜਵਾਨ ਦਰਸ਼ਨ ਵੇਖਣਗੇ। ਪਿਆਰਿਓ, ਪਰਮੇਸ਼ਵਰ ਸੁਪਨੇ ਦੇ ਰਾਹੀਂ ਸਾਡੀ ਅਗਵਾਈ ਕਰ ਸਕਦਾ ਹੈ। ਨਵੇਂ ਨੇਮ ਦੇ ਵਿੱਚ ਵੀ ਸਾਨੂੰ ਕਈ ਉਦਾਹਰਨਾਂ ਅਜਿਹੀਆਂ ਮਿਲਦੀਆਂ ਹਨ। ਜਦੋਂ ਮਜੂਸੀ ਪ੍ਰਭੂ ਯਿਸੂ ਨੂੰ ਭਾਲਦੇ ਹੋਏ ਉਸ ਦੇ ਕੋਲ ਪਹੁੰਚੇ ਸਨ ਤਾਂ ਮੱਤੀ ਦੀ ਅੰਜੀਲ 2 ਅਧਿਆਇ ਉਸ ਦੀ 12 ਆਇਤ ਦੱਸਦੀ ਹੈ ਕਿ ਉਹ ਸੁਪਨੇ ਵਿੱਚ ਖਬਰ ਪਾ ਕੇ ਜੋ ਹੈਰੋਦੇਸ ਦੇ ਕੋਲ ਫੇਰ ਨਾ ਜਾਣ, ਉਹ ਹੋਰ ਰਸਤੇ ਆਪਣੇ ਦੇਸ਼ ਨੂੰ ਮੁੜ ਗਏ। ਅਤੇ ਜੇਕਰ ਅਸੀਂ ਇਸੇ ਦੀ ਹੀ 13 ਆਇਤ ਨੂੰ ਅੱਗੇ ਪੜ੍ਹਦੇ ਹਾਂ ਤਾਂ ਪ੍ਰਭੂ ਦੇ ਇੱਕ ਦੂਤ ਨੇ ਸੁਪਨੇ ਦੇ ਵਿੱਚ ਯੂਸਫ ਨੂੰ ਦਰਸ਼ਨ ਦਿੱਤਾ ਕਿ ਤੂੰ ਇਸ ਬਾਲਕ ਨੂੰ ਔਰ ਉਸ ਦੀ ਮਾਤਾ ਨੂੰ ਲੈ ਕੇ ਮਿਸਰ ਦੇ ਵਿੱਚ ਚਲਿਆ ਜਾ। ਪਰਮੇਸ਼ਵਰ ਅੱਜ ਵੀ ਸੁਪਨੇ ਦੇ ਰਾਹੀਂ ਸਾਡੀ ਅਗਵਾਈ ਕਰ ਸਕਦਾ ਹੈ। ਭਾਵੇਂ ਕਿ ਕਈ ਸੁਪਨੇ ਸਾਡੀਆਂ ਆਪਣੀਆਂ ਮਾਨਸਿਕ ਤਸਵੀਰਾਂ ਦੇ ਵਜੋਂ ਹੋ ਸਕਦੇ ਹਨ, ਪਰ ਪਰਮੇਸ਼ਵਰ ਦੁਆਰਾ ਅਗਵਾਈ ਲਈ ਦਿੱਤਾ ਗਿਆ ਸੁਪਨਾ ਸਾਨੂੰ ਸਾਡੀ ਆਤਮਾ ਵਿੱਚ ਕਾਇਲ ਕਰਦਾ ਹੈ ਅਤੇ ਇਸ ਨੂੰ ਭੁੱਲਣਾ ਸੌਖਾ ਨਹੀਂ ਹੁੰਦਾ ਹੈ। ਚੌਥਾ ਢੰਗ ਜਿਸ ਦੇ ਰਾਹੀਂ ਪਰਮੇਸ਼ਵਰ ਸਾਡੀ ਅਗਵਾਈ ਕਰ ਸਕਦਾ ਹੈ, ਦਰਸ਼ਨ ਦੇ ਦੁਆਰਾ। ਦੋਸਤੋ, ਸੁਪਨੇ ਅਤੇ ਦਰਸ਼ਨ ਦੇ ਵਿਚਕਾਰ ਫਰਕ ਇਹ ਹੁੰਦਾ ਹੈ ਕਿ ਸੁਪਨਾ ਅਸੀਂ ਉਦੋਂ ਵੇਖਦੇ ਹਾਂ ਜਦੋਂ ਅਸੀਂ ਸੁੱਤੇ ਹੁੰਦੇ ਹਾਂ ਅਤੇ ਦਰਸ਼ਨ ਉਦੋਂ ਜਦੋਂ ਅਸੀਂ ਜਾਗਦੇ ਹੁੰਦੇ ਹਾਂ। ਦੂਜੇ ਸ਼ਬਦਾਂ ਦੇ ਵਿੱਚ ਜੇ ਇਸ ਨੂੰ ਬਿਆਨ ਕਰਨਾ ਹੋਵੇ ਤੇ ਸੁਪਨਾ ਸਾਡੀ ਅਚੇਤ ਅਵਸਥਾ ਵਿੱਚ ਸਾਨੂੰ ਮਿਲਦਾ ਹੈ, ਜਦੋਂ ਕਿ ਦਰਸ਼ਨ ਸੁਚੇਤ ਅਵਸਥਾ ਦੇ ਵਿੱਚ ਮਿਲਦਾ ਹੈ। ਇਸ ਦੀ ਇੱਕ ਉੱਤਮ ਉਦਾਹਰਨ ਸਾਨੂੰ ਰਸੂਲਾਂ ਦੇ ਕਰਤੱਵ 10 ਅਧਿਆਇ ਉਸ ਦੀ 9 ਤੋਂ ਲੈ ਕੇ 11 ਆਇਤ ਦੇ ਵਿੱਚ ਮਿਲਦੀ ਹੈ। ਜਦੋਂ ਪਤਰਸ ਪ੍ਰਾਰਥਨਾ ਕਰਨ ਲਈ ਦੁਪਹਿਰ ਨੂੰ ਕੋਠੇ ਤੇ ਗਿਆ ਤਾਂ ਉਸ ਨੇ ਕੁਰਨੇਲੀਅਸ ਦੇ ਘਰ ਜਾਣ ਲਈ ਦਰਸ਼ਨ ਨੂੰ ਪ੍ਰਾਪਤ ਕੀਤਾ। ਦੋਸਤੋ, ਉਹ ਦੁਪਹਿਰ ਦੇ ਸਮੇਂ ਪ੍ਰਾਰਥਨਾ ਕਰ ਰਿਹਾ ਸੀ ਔਰ ਪ੍ਰਾਰਥਨਾ ਦੇ ਵਿੱਚ ਉਸ ਨੂੰ ਇਹ ਦਰਸ਼ਨ ਮਿਲਿਆ ਕਿ ਉਸ ਨੇ ਕੁਰਨੇਲੀਅਸ ਦੇ ਘਰ ਜਾਣਾ ਹੈ। ਭਾਵੇਂ ਕਿ ਪਤਰਸ ਲਈ ਇਸ ਤੇ ਵਿਸ਼ਵਾਸ ਕਰਨਾ ਔਖਾ ਸੀ। 17 ਆਇਤ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਾਂ ਪਤਰਸ ਆਪਣੇ ਮਨ ਵਿੱਚ ਚਿੰਤਾ ਕਰ ਰਿਹਾ ਸੀ ਭਈ ਇਹ ਦਰਸ਼ਨ ਜਿਹੜਾ ਮੈਂ ਵੇਖਿਆ ਹੈ ਸੋ ਕੀ ਹੋਊ, ਤਾਂ ਵੇਖੋ ਉਹ ਮਨੁੱਖ ਜਿਹੜੇ ਕੁਰਨੇਲੀਅਸ ਦੇ ਭੇਜੇ ਹੋਏ ਸਨ ਸ਼ਿਮੌਨ ਦਾ ਘਰ ਪੁੱਛਦੇ ਡਿਓੜੀ ਤੇ ਆਣ ਖਲੋਤੇ। 19 ਆਇਤ ਦੱਸਦੀ ਹੈ ਕਿ ਪਤਰਸ ਅਜੇ ਵੀ ਚਿੰਤਾ ਵਿੱਚ ਪਿਆ ਹੋਇਆ ਸੀ, ਪਰ ਪਰਮੇਸ਼ਵਰ ਵੱਲੋਂ ਮਿਲੇ ਦਰਸ਼ਨ ਦੀ ਅਗਵਾਈ ਦੇ ਉਲਟ ਜਾਣਾ ਵੀ ਉਸ ਲਈ ਮੁਸ਼ਕਿਲ ਸੀ। ਆਖਿਰਕਾਰ ਪਤਰਸ ਦਰਸ਼ਨ ਦੁਆਰਾ ਅਗਵਾਈ ਪਾਇਆ ਹੋਇਆ ਕੁਰਨੇਲੀਅਸ ਦੇ ਘਰ ਗਿਆ
ਅਤੇ ਬਹੁਤਿਆਂ ਨੂੰ ਮੁਕਤੀ ਦਾ ਰਾਹ ਦੱਸਣ ਲਈ ਪਰਮੇਸ਼ਵਰ ਦੇ ਦੁਆਰਾ ਇਸਤੇਮਾਲ ਹੋਇਆ ਸੀ। ਦੋਸਤੋ, ਅੱਜ ਵੀ ਪਰਮੇਸ਼ਵਰ ਦਰਸ਼ਨਾਂ ਦੇ ਰਾਹੀਂ ਸਾਡੀ ਅਗਵਾਈ ਕਰ ਸਕਦਾ ਹੈ। ਜਦੋਂ ਪਰਮੇਸ਼ਵਰ ਦਰਸ਼ਨ ਦੇ ਰਾਹੀਂ ਸਾਡੀ ਅਗਵਾਈ ਕਰਦਾ ਹੈ ਤਾਂ ਉਹ ਅਸੀਂ ਉਸ ਦੇ ਰਾਹ ਤੇ ਚੱਲਣ ਲਈ ਹਮੇਸ਼ਾ ਤਿਆਰ ਰਹੀਏ। ਪੰਜਵਾਂ ਢੰਗ ਜਿਸ ਦੇ ਰਾਹੀਂ ਪਰਮੇਸ਼ਵਰ ਸਾਡੀ ਅਗਵਾਈ ਕਰ ਸਕਦਾ ਹੈ, ਪਵਿੱਤਰ ਆਤਮਾ ਦੇ ਦੁਆਰਾ। ਦੋਸਤੋ, ਪਵਿੱਤਰ ਆਤਮਾ ਸਾਡੇ ਸਹਾਇਕ ਵਜੋਂ ਸਾਨੂੰ ਦਿੱਤਾ ਗਿਆ ਹੈ ਅਤੇ ਉਹ ਸਦਾ ਪਰਮੇਸ਼ਵਰ ਦੇ ਰਾਹ ਤੇ ਚੱਲਣ ਲਈ ਸਾਡੀ ਅਗਵਾਈ ਕਰਦਾ ਹੈ। ਰਸੂਲਾਂ ਦੇ ਕਰਤੱਵ 16 ਦੇ ਉਸਦੀ 6 ਆਇਤ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਪਵਿੱਤਰ ਆਤਮਾ ਨੇ ਪੌਲੁਸ ਅਤੇ ਉਸਦੇ ਸਾਥੀਆਂ ਨੂੰ ਅਸੀਆ ਵਿੱਚ ਵਚਨ ਸੁਣਾਉਣ ਤੋਂ ਮਨਾ ਕੀਤਾ ਸੀ। ਜੇਕਰ ਅਸੀਂ ਪ੍ਰਭੂ ਨੂੰ ਕਬੂਲ ਕੀਤਾ ਹੋਇਆ ਹੈ ਤਾਂ ਉਸ ਦਾ ਪਵਿੱਤਰ ਆਤਮਾ ਸਾਨੂੰ ਦਿੱਤਾ ਜਾਂਦਾ ਹੈ ਤਾਂ ਕਿ ਅਸੀਂ ਹਮੇਸ਼ਾ ਪਰਮੇਸ਼ਵਰ ਦੀ ਅਗਵਾਈ ਦੇ ਵਿੱਚ ਚੱਲਦੇ ਹੋਈਏ। ਰੋਮੀਆਂ 8 ਦੇ ਉਸਦੀ 5 ਆਇਤ ਆਖਦੀ ਹੈ ਕਿ ਜਿਹੜੇ ਸਰੀਰਿਕ ਹਨ ਉਹ ਸਰੀਰ ਦੀਆਂ ਅਵਸਥਾ ਉੱਤੇ, ਪਰ ਜਿਹੜੇ ਆਤਮਿਕ ਹਨ ਉਹ ਆਤਮਾ ਦੀਆਂ ਅਵਸਥਾ ਉੱਤੇ ਮਨ ਲਾਉਂਦੇ ਹਨ। ਪਰਮੇਸ਼ਵਰ ਦਾ ਪਵਿੱਤਰ ਆਤਮਾ ਹਮੇਸ਼ਾ ਸਾਨੂੰ ਸੱਚ ਦੇ ਰਾਹ ਤੇ ਚੱਲਣ ਦੇ ਵਿੱਚ ਸਾਡੀ ਅਗਵਾਈ ਕਰਦਾ ਹੈ। ਗਲਾਤੀਆਂ 5 ਅਧਿਆਇ ਉਸਦੀ 16 ਆਇਤ ਵਿੱਚ ਪੌਲੁਸ ਲਿਖਦਾ ਹੈ, ਪਰ ਮੈਂ ਆਖਦਾ ਹਾਂ ਤੁਸੀਂ ਆਤਮਾ ਦੁਆਰਾ ਚੱਲੋ ਤਾਂ ਸਰੀਰ ਦੇ ਵਿਸ਼ਿਆਂ ਨੂੰ ਕਦੇ ਵੀ ਪੂਰਿਆ ਨਾ ਕਰੋਗੇ। ਦੋਸਤੋ, ਪਰਮੇਸ਼ਵਰ ਚਾਹੁੰਦਾ ਹੈ ਕਿ ਅਸੀਂ ਆਤਮਾ ਦੀ ਅਗਵਾਈ ਦੇ ਵਿੱਚ ਚੱਲੀਏ ਤਾਂ ਜੋ ਅਸੀਂ ਆਪਣੇ ਜੀਵਨਾਂ ਦੇ ਵਿੱਚ ਪ੍ਰੇਮ, ਆਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਾਈ, ਵਫਾਦਾਰੀ, ਨਰਮਾਈ, ਸੰਜਮ ਨੂੰ ਪ੍ਰਗਟ ਕਰ ਸਕੀਏ। ਜੇਕਰ ਅਸੀਂ ਅਜਿਹੇ ਗੁਣਾਂ ਨੂੰ ਆਪਣੇ ਜੀਵਨਾਂ ਦੇ ਵਿੱਚ ਪ੍ਰਗਟ ਕਰਦੇ ਹਾਂ ਤਾਂ ਬਾਈਬਲ ਦੱਸਦੀ ਹੈ ਕਿ ਅਸੀਂ ਆਤਮਾ ਦੀ ਅਗਵਾਈ ਦੇ ਵਿੱਚ ਚੱਲ ਰਹੇ ਹਾਂ। ਪਿਆਰਿਓ, ਪਰਮੇਸ਼ਵਰ ਆਤਮਾ ਦੇ ਦੁਆਰਾ ਸਾਡੀ ਅਗਵਾਈ ਕਰਨਾ ਚਾਹੁੰਦਾ ਹੈ ਅਤੇ ਜੇਕਰ ਅਸੀਂ ਆਤਮਾ ਦੇ ਫਲ ਆਪਣੇ ਜੀਵਨ ਵਿੱਚ ਉਤਪੰਨ ਹੋਣ ਦੇ ਰਹੇ ਹਾਂ ਤਾਂ ਅਸੀਂ ਆਤਮਾ ਦੀ ਅਗਵਾਈ ਦੇ ਵਿੱਚ ਚੱਲਣਾ ਸ਼ੁਰੂ ਕਰ ਦਿੱਤਾ ਹੈ। ਛੇਵਾਂ ਢੰਗ ਜਿਸ ਦੇ ਰਾਹੀਂ ਪਰਮੇਸ਼ਵਰ ਸਾਡੀ ਅਗਵਾਈ ਕਰਦਾ ਹੈ, ਸ੍ਰਿਸ਼ਟੀ ਦੇ ਦੁਆਰਾ। ਪਰਮੇਸ਼ਵਰ ਸ੍ਰਿਸ਼ਟੀ ਦੀ ਕਿਸੇ ਵੀ ਵਸਤੂ ਰਾਹੀਂ ਸਾਡੀ ਅਗਵਾਈ ਕਰ ਸਕਦਾ ਹੈ। ਮਤੀ ਦੀ ਅੰਜੀਲ 2 ਅਧਿਆਇ ਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਇੱਕ ਤਾਰਾ ਮਜੂਸੀਆਂ ਦੀ ਅਗਵਾਈ ਕਰ ਰਿਹਾ ਸੀ। ਬਾਈਬਲ ਦੇ ਵਿੱਚ ਇੱਕ ਅਜਿਹੇ ਢੀਠ ਨਬੀ ਦਾ ਜ਼ਿਕਰ ਹੈ ਜਿਸ ਨੇ ਪਰਮੇਸ਼ਵਰ ਦੀ ਆਵਾਜ਼ ਸੁਣਨ ਤੋਂ ਇਨਕਾਰ ਕਰ ਦਿੱਤਾ। ਜੇਕਰ ਅਸੀਂ ਪੜ੍ਹਾਂਗੇ ਗਿਣਤੀ 22 ਅਧਿਆਇ ਉਸਦੀ 21 ਤੋਂ ਲੈ ਕੇ 29 ਆਇਤ ਤੱਕ, ਤਾਂ ਇਸ ਦੇ ਵਿੱਚ ਲਿਖੀ ਹੋਈ ਘਟਨਾ ਸਾਨੂੰ ਦੱਸਦੀ ਹੈ ਕਿ ਇੱਕ ਗਧੀ ਨੇ ਬੋਲ ਕੇ ਬਿਲਿਆਮ ਦੇ ਨਾਲ ਗੱਲ ਕੀਤੀ। ਦੋਸਤੋ, ਜੇਕਰ ਅਸੀਂ ਨਹੀਂ ਸੁਣਦੇ ਅਤੇ ਜੇਕਰ ਜ਼ਰੂਰੀ ਹੋਵੇ ਤਾਂ ਪਰਮੇਸ਼ਵਰ ਕਿਸੇ ਵੀ ਸ੍ਰਿਸ਼ਟੀ ਦੀ ਵਸਤੂ ਰਾਹੀਂ ਸਾਡੀ ਅਗਵਾਈ ਕਰੇਗਾ। ਯਿਸੂ ਨੇ ਤਾਂ ਮੱਤੀ 6 ਅਧਿਆਇ ਉਸਦੀ 26 ਆਇਤ ਦੇ ਵਿੱਚ ਸਾਨੂੰ ਇਸ ਤਰ੍ਹਾਂ ਆਖਿਆ ਕਿ ਆਕਾਸ਼ ਦੇ ਪੰਛੀਆਂ ਵੱਲ ਧਿਆਨ ਕਰੋ, ਜੋ ਉਹ ਨਾ ਬੀਜਦੇ ਨਾ ਵੱਢਦੇ ਹਨ ਅਤੇ ਨਾ ਹੀ ਪੜੋਲਿਆਂ ਵਿੱਚ ਇਕੱਠਾ ਕਰਦੇ ਹਨ, ਅਤੇ ਤੁਹਾਡਾ ਸਵਰਗੀ ਪਿਤਾ ਉਹਨਾਂ ਦੀ ਪਿਰਤਪਾਲ ਕਰਦਾ ਹੈ। ਭਲਾ ਤੁਸੀਂ ਉਹਨਾਂ ਨਾਲੋਂ ਉੱਤਮ ਨਹੀਂ ਹੋ? ਪ੍ਰਭੂ ਸਾਨੂੰ ਇਹ ਸਿਖਾਉਣਾ ਚਾਹੁੰਦਾ ਸੀ ਕਿ ਸਾਡਾ ਪਰਮੇਸ਼ਵਰ ਪਿਤਾ ਸਾਡੀ ਕਿੰਨੀ ਪਰਵਾਹ ਕਰਦਾ ਹੈ। ਕਹਾਵਤਾਂ 6 ਅਧਿਆਇ ਉਸਦੀ 6 ਤੋਂ ਲੈ ਕੇ 8 ਆਇਤ ਤੱਕ ਜੇਕਰ ਅਸੀਂ ਪੜ੍ਹਾਂਗੇ ਤਾਂ ਆਲਸੀ ਨੂੰ ਕੀੜੀ ਕੋਲੋਂ ਮਿਹਨਤ ਕਰਨਾ ਸਿੱਖਣ ਲਈ ਆਖਿਆ ਗਿਆ ਹੈ। ਦੋਸਤੋ, ਪਰਮੇਸ਼ਵਰ ਸ੍ਰਿਸ਼ਟੀ ਦੇ ਵਿੱਚੋਂ ਕਿਸੇ ਵੀ ਚੀਜ਼ ਦਾ ਇਸਤੇਮਾਲ ਕਰ ਸਕਦਾ ਹੈ ਤਾਂ ਕਿ ਉਹ ਸਾਡੀ ਅਗਵਾਈ ਕਰ ਸਕੇ। ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ 6 ਗੱਲਾਂ ਨੂੰ ਸਿੱਖਿਆ ਹੈ ਜਿਨ੍ਹਾਂ ਦੇ ਰਾਹੀਂ ਪਰਮੇਸ਼ਵਰ ਸਾਡੀ ਅਗਵਾਈ ਕਰ ਸਕਦਾ ਹੈ। ਪਰਮੇਸ਼ਵਰ ਆਪਣੇ ਵਚਨ ਦੇ ਦੁਆਰਾ ਸਾਡੀ ਅਗਵਾਈ ਕਰਦਾ ਹੈ। ਪਰਮੇਸ਼ਵਰ ਆਪਣੇ ਸੇਵਕਾਂ ਦੇ ਰਾਹੀਂ ਸਾਡੀ ਅਗਵਾਈ ਕਰ ਸਕਦਾ ਹੈ। ਪਰਮੇਸ਼ਵਰ ਸੁਪਨੇ ਦੇ ਰਾਹੀਂ ਵੀ ਸਾਡੀ ਅਗਵਾਈ ਕਰਦਾ ਹੈ। ਪਰਮੇਸ਼ਵਰ ਸਾਨੂੰ ਆਪਣਾ ਦਰਸ਼ਨ ਦੇ ਕੇ ਸਾਡੀ ਅਗਵਾਈ ਕਰ ਸਕਦਾ ਹੈ। ਪਰਮੇਸ਼ਵਰ ਨੇ ਸਾਨੂੰ ਪਵਿੱਤਰ ਆਤਮਾ ਦਿੱਤਾ ਹੋਇਆ ਹੈ ਜਿਸ ਦੇ ਰਾਹੀਂ ਉਹ ਸਾਡੀ ਅਗਵਾਈ ਕਰਦਾ ਹੈ। ਪਰਮੇਸ਼ਵਰ ਸ੍ਰਿਸ਼ਟੀ ਦੇ ਵਿੱਚੋਂ ਕਿਸੇ ਵੀ ਵਸਤੂ ਦੇ ਰਾਹੀਂ ਸਾਡੀ ਅਗਵਾਈ ਕਰ ਸਕਦਾ ਹੈ। ਦੋਸਤੋ, ਆਓ ਅਸੀਂ ਹਰ ਸਮੇਂ ਜਿਸ ਵੀ ਢੰਗ ਵਿੱਚ ਪਰਮੇਸ਼ਵਰ ਸਾਡੀ ਅਗਵਾਈ ਕਰਦਾ ਹੈ ਉਸ ਦੇ ਵਿੱਚ ਚੱਲਣ ਲਈ ਅਸੀਂ ਤਿਆਰ ਰਹੀਏ ਅਤੇ ਉਸ ਦੇ ਰਾਹ ਉੱਤੇ ਬਣੇ ਰਹਿਣ ਦੁਆਰਾ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰ ਸਕੀਏ। ਪਰਮੇਸ਼ਵਰ ਤੁਹਾਨੂੰ ਇਹਨਾਂ ਵਚਨਾਂ ਦੇ ਰਾਹੀਂ ਬਰਕਤ ਦੇਵੇ।